ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 17ਵੀਂ ਪਾਠ ਦੂਜਾ। ਜਿਵੇਂ ਆਪਾਂ ਪਿੱਛੇ ਵਿਚਾਰਦੇ ਆਉਂਦੇ ਹਾਂ, ਸਲੋਕ ਦੇ ਨਾਲ ਇੱਕ ਪਦਾ, ਹੁਣ 7 ਪਦੇ ਰਹਿ ਗਏ। 7 ਪਦਿਆਂ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ। ਕੁਦਰਤ ਦੀ ਰਹਿਮਤ ਲੈਂਦੇ ਹਾਂ ਦਾਤੇ ਦੀ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜੇ। ਅਸੀਂ ਵੀ ਗੁਰਚਰਨਾਂ ਨਾਲ ਜੋੜੀਏ। ਗੁਰਚਰਨਾਂ ਤੋਂ ਭਾਵ ਗੁਰਸ਼ਬਦ, ਇਹੀ ਚਰਨ ਨੇ ਆਤਮਾ ਦੇ। ਜਿਹੜੇ ਸੰਸਾਰੀ ਨੇ ਉਹ ਸਰੀਰ ਕਰਕੇ ਨੇ, ਪਹਿਲਾਂ ਅਸੀਂ ਉਹਦੇ ਨਾਲ ਜੁੜੇ ਰਹਿੰਦੇ ਹਾਂ। ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਸਾਰੀ ਖੇਲ ਸਮਝ ਆਉਂਦੀ ਹੈ। ਆਪਾਂ ਦੂਆ ਪਦਾ ਸ਼ੁਰੂ ਕਰੀਏ। ਸਤਿਗੁਰ ਸਮਝਾਉਂਦੇ ਨੇ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਸਤਿਗੁਰ ਸਮਝਾਉਂਦੇ ਆ ਭਾਈ, ਸਤ ਸਰੂਪ ਤੋਂ ਭਾਵ ਸਤਿਗੁਰ ਹਮੇਸ਼ਾ ਰਹਿਣ ਵਾਲੀ ਸ਼ਕਤੀ, ਸੱਚ ਦਾ ਗਿਆਨ, ਮਾਇਆ ਤੋਂ ਪਰੇ, ਜਿਹੜੇ ਗੁਰਸ਼ਬਦ ਦੀ ਕਮਾਈ ਕਰਕੇ ਜਿਨ੍ਹਾਂ ਦਾ ਮਨ ਮੰਨ ਜਾਂਦਾ ਹੈ ਵੀ ਬਾਹਰ ਕੁਛ ਨਹੀਂ ਹੈ, ਬਾਹਰ ਮਾਇਆ ਹੈ। ਜੋ ਦਿਸੇ ਸੋ ਬਿਨਸ ਬਨਾਸਾ ਹੈ, ਜੋ ਉਪਜਿਆ ਸੋ ਬਿਨਸ ਹੈ ਪਰੋ ਅੱਜ ਕੇ ਕਾਲ। ਜਿਹੜੇ ਮੰਨ ਲੈਂਦੇ ਨੇ ਜੋ ਸੰਸਾਰ ਕਰ ਰਿਹਾ, ਇਹਦੇ ਪਿੱਛੇ ਕੌਣ ਕਰਾਉਣ ਵਾਲੀ ਸ਼ਕਤੀ ਹੈ, ਉਹ ਆਪਦੇ ਮੂਲ ਨੂੰ, ਹਰ ਨੂੰ ਪਛਾਣ ਲੈਂਦੇ ਨੇ। ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ। ਉਹਨਾਂ ਨੂੰ ਸਮਝ ਆਉਂਦੀ ਹੈ ਭਾਈ ਸਾਰੀ ਖੇਲ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਤਤ ਗਿਆਨ ਕੀ ਹੈ ਭਾਈ? ਗੁਰਸ਼ਬਦ ਚੋਂ, ਗੁਰਸ਼ਬਦ ਦੀ ਕਮਾਈ ਚੋਂ, ਗੁਰਸ਼ਬਦ ਦੀ ਵਿਚਾਰ ਚੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ, ਉਹੀ ਤਾਂ ਆਤਮਾ ਦੀ ਖੁਰਾਕ ਹੈ ਭਾਈ। ਅਸੀਂ ਬਾਹਰ ਭੰਡਾਰੇ ਵੀ ਕਰਦੇ ਹਾਂ, ਲੰਗਰ ਵੀ ਲਾਉਂਦੇ ਹਾਂ, ਉਹ ਤਾਂ ਸਰੀਰ ਦੀ ਖੁਰਾਕ ਹੈ। ਆਤਮਾ ਭੁੱਖੀ ਹੈ, ਮਨ ਬੁੱਧੀ ਭਟਕਦੇ ਨੇ। ਜਦੋਂ ਸਾਨੂੰ ਇਹ ਭਰੋਸਾ ਬਣ ਜਾਂਦਾ, ਭਰੋਸਾ ਕੀ ਹੁੰਦਾ? ਗਿਆਨ। ਗਿਆਨ ਤੋਂ ਬਿਨਾਂ ਭਰੋਸਾ ਬਣਦਾ ਹੀ ਨਹੀਂ। ਫਿਰ ਇਹ ਮਨ 'ਚ ਪ੍ਰਗਟ ਹੁੰਦਾ ਹੈ। ਫਿਰ ਆਤਮਾ ਆਪਦੇ ਮੂਲ ਹਰ ਦਾ ਦਰਸ਼ਨ ਕਰਦੀ ਹੈ। ਆਪਨੜੇ ਘਰ ਖੜੀ ਤੱਕਾਂ ਦੇਖਾਂ ਦਰਸ ਤੁਮਾਰਾ ਰਾਮ। ਫਿਰ ਇਹ ਸੀਤਾ, ਮਨ ਬੁੱਧੀ ਲਕਸ਼ਮਣ ਮਨ, ਫਿਰ ਇਹ ਰਾਮ ਦਾ ਦਰਸ਼ਨ ਕਰਦੇ ਨੇ। ਫਿਰ ਆਪਦੇ ਘਰ ਚਲੇ ਜਾਂਦੇ ਨੇ। ਫਿਰ ਇਹਨਾਂ ਦੀ ਜਿਹੜੀ ਭਗਤੀ ਆ ਉਹ ਸ਼ੁਰੂ ਹੁੰਦੀ ਹੈ। ਜੇ ਆਪਾਂ ਰਮਾਇਣ ਨੂੰ ਵਿਚਾਰੀਏ, ਪਰ ਆਪਾਂ ਉੱਧਰ ਨੂੰ ਨਹੀਂ ਜਾਣਾ, ਫਿਰ ਬਹੁਤ ਲੰਬਾ ਵਿਚਾਰ ਹੋ ਜੂ, ਫਿਰ ਆਪਾਂ ਇੱਧਰੋਂ ਰਹਿ ਜਾਂਗੇ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਫਿਰ ਇਹ ਮਨ 'ਚ ਪ੍ਰਗਟ ਹੁੰਦਾ ਹੈ, ਭਾਵ ਮਨ ਦੇ ਅੰਦਰ। ਨਾਮ ਤਤ ਸਭ ਹੀ ਸਿਰ ਜਾਪੇ, ਵਿਨ ਨਾਵੇਂ ਦੁੱਖ ਕਾਲ ਸੰਤਾਪੇ। ਜਿਹੜਾ ਕਾਲ ਦਾ ਦੁੱਖ, ਜੰਮਣ ਮਰਨ, ਸੰਸਾਰੀ ਦੁੱਖ ਸਾਨੂੰ ਝੱਲਣੇ ਪੈਂਦੇ ਆ ਨਾਮ ਤੋਂ ਬਿਨਾਂ। ਪਰ ਸਾਡਾ ਤਾਂ ਇੱਥੋਂ ਹੀ ਨਹੀਂ ਖਹਿੜਾ ਛੁੱਟਿਆ ਹਲੇ। ਇਸ ਤਾਂ ਅੰਮ੍ਰਿਤ ਲੋਕ, ਚਾਹੇ ਇੱਥੇ ਸਾਰਾ ਕੁਛ ਭਾਲੀ ਜਾਂਦੇ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਦੁੱਖ ਪਰ ਹਰ ਸੁੱਖ ਕਰ ਲੈ ਜਾਏ ਭਾਈ। ਤੁਹਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਬਾਣੀ ਨੇ ਸੁੱਖ ਸਾਗਰ ਲੈ ਕੇ ਜਾਣਾ। ਇੱਥੇ ਕਿਵੇਂ ਭਗਤੀ? ਉਹ ਤਾਂ ਮੜੀ ਹੈ, ਇਹ ਤਾਂ ਅੰਮ੍ਰਿਤ ਲੋਕ ਹੈ, ਇਹ ਤਾਂ ਛੱਡਣਾ ਪੈਣਾ ਆਪਾਂ ਨੂੰ। ਫਿਰ ਹੀ ਪ੍ਰਗਟ ਹੁੰਦਾ ਵਾ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ। ਇਹਨੂੰ ਯਕੀਨ ਆ ਜਾਂਦਾ ਸੱਚ ਦਾ, ਦਰਸ਼ਨ ਹੋ ਜਾਂਦਾ ਹੈ। ਫਿਰ ਇਹ ਤਤ ਗਿਆਨ ਮਨ ਵਿੱਚ ਪ੍ਰਗਟ ਹੁੰਦਾ ਹੈ। ਫਿਰ ਉਹਦੀ ਕੈਸੀ ਅਵਸਥਾ ਹੁੰਦੀ ਹੈ? ਸਤਿਗੁਰ ਸਮਝਾਉਂਦੇ ਹੋ ਗੁਰਸਿੱਖਾਂ ਦੀ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਹਰ ਨਾਲੋਂ ਜਿਹੜੀ ਜੋਤ, ਭਾਵ ਨੂਰ ਕਹਿ ਲਈਏ, ਮਨ ਬੁੱਧੀ ਵਿਛੜ ਗਏ ਸੀਗੇ, ਫਿਰ ਇੱਕ ਹੋ ਜਾਂਦੇ ਨੇ। ਹਰ ਬਿਸਰਤ ਸਦਾ ਖੁਆਰੀ, ਜਿਹੜੀ ਦੀ ਖੁਆਰੀ ਸੀਗੀ, ਹਰ ਬਿਸਰ ਗਿਆ ਸੀਗਾ, ਫਿਰ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਬਿਸਰ ਤੇਰੇ ਗੁਣ ਗਲਿਆ, ਜਿਹੜੇ ਦੇ ਗੁਣ ਗਲ ਗਏ ਸੀ, ਫਿਰ ਇਹਨੂੰ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਰਭਉ ਹੋ ਜਾਂਦਾ ਹੈ, ਨਿਰਵੈਰ ਹੋ ਜਾਂਦਾ ਹੈ, ਸੰਸਾਰ ਨਾਲ ਕੋਈ ਵੈਰ ਵਿਰੋਧ ਨਹੀਂ ਰਹਿੰਦਾ ਉਹਦਾ। ਕੋਈ ਵੀ ਗੁਰਸਿੱਖ ਹੋ ਸਕਦਾ। ਸਾਧ ਸੰਗ ਬਿਸਰਤ ਹਰ ਮੇਲਾ, ਇਹੀ ਤਾਂ ਸਾਧ ਸੰਗਤ ਹੈ ਭਾਈ।
ਸ਼ਬਦ ਦੀ ਸੰਗਤ ਕਰਨੀ, ਜਿਹੜੇ 'ਚੋਂ ਗਿਆਨ ਪੈਦਾ ਹੁੰਦਾ। ਜਦੋਂ ਮਨ ਬੁੱਧੀ ਇੱਕ ਹੋ ਕੇ ਹਰ 'ਚ ਲੈ ਹੋ ਜਾਂਦੇ ਆ, ਫਿਰ ਸਾਧ ਸੰਗਤ ਹੈ, ਫਿਰ ਇਹ ਸੰਤ ਕਾ ਮਾਰਗ ਹੈ, ਫਿਰ ਆਪਦੇ ਘਰ ਚਲੇ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਭੈ ਤੇ ਨਿਰਭਉ ਹੋਏ ਵਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜੀ ਤੋਂ ਜੋਤ ਲੱਗ ਹੋਈ ਸੀ, ਜਿਹਦੋਂ ਵਿਚਰੀ ਸੀ, ਹਰ ਤੋਂ ਆਪਦੇ ਮੂਲ ਤੋਂ। ਹਰ ਗੁਣ ਗਾਏ ਲੈ ਮਨਾ, ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ। ਹਰ ਬਿਸਰਤ ਸਦਾ ਖਵਾਰੀ, ਪਰਮੇਸ਼ਰ ਤੋਂ ਭੁੱਲਿਆਂ ਵਿਆਪਣ ਸਵੇ ਰੋਗ। ਉਹ ਸਾਰੇ ਖਤਮ ਹੋ ਜਾਂਦੇ ਨੇ। ਕੋਈ ਸਤਿਗੁਰ ਸਮਝਾਉਂਦੇ ਨੇ, ਭੈ ਤੇ ਨਿਰਭਉ ਹੋਏ ਵਸਾਨਾ, ਫਿਰ ਸੰਸਾਰ ਦੇ ਵਿੱਚ ਵੀ ਰਹਿੰਦਾ ਹੋਇਆ, ਸਰੀਰ ਕਰਕੇ ਵੀ ਭੈ ਤੇ ਮੁਕਤ ਹੋ ਜਾਂਦਾ। ਭੈ ਤੋਂ ਜੀ ਤੋਂ ਲੱਗ ਹੋਈ ਸੀ, ਜੋ ਚੋ ਸਮਾ ਗਈ। ਜੋਤੀ ਜੋਤ ਮਿਲੀ, ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੇ, ਸਪੂਰਨ ਥੀ ਆਰਾਮ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬਸਤ ਮਾਹੇ ਲੈ ਬਸਤ ਗੜਾਈ, ਤਾਂ ਕੋ ਪਿੰਨਾ ਕਹਿ ਨ ਜਾਈ। ਸਤਿਗੁਰ ਸਮਝਾਉਂਦੇ ਹੈ, ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਸ ਨਹੀਂ। ਇੱਕ ਹੋ ਜਾਂਦੇ ਨੇ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਉਹ ਗੁਰੂ ਕੇ ਪਿਆਰੇ ਹੋ ਜਾਂਦੇ ਨੇ, ਇੱਕ ਹੋ ਜਾਂਦੇ। ਕਿਵੇਂ ਹੋ ਜਾਂਦੇ ਨੇ? ਜਿਵੇਂ ਅਸੀਂ ਕੋਈ ਬਹੁਤ ਸਮਾਨ ਇਕੱਠਾ ਕਰਕੇ, ਕੋਈ ਜਿਵੇਂ ਆਪਾਂ ਗੱਡਾ ਬਣਾ ਲਈਏ ਜਾਂ ਕੋਈ ਰੇਹੜੀ ਬਣਾ ਲਈਏ, ਸੰਸਾਰੀ ਕੋਈ ਵੀ ਵਹੀਕਲ ਬਣਾ ਲਈਏ, ਜਿਵੇਂ ਉਹਨੂੰ ਨਾਂ ਦਿੱਤਾ ਜਾਂਦਾ ਵਾ ਵਹੀਕਲ ਨੂੰ, ਪਰ ਸਾਰੇ ਸਮਾਨ ਦਾ ਨਾਂ ਤਾਂ ਆਪਾਂ ਲੈਂਦੇ ਨਹੀਂ ਹੈਗੇ ਵੀ ਇਹ 'ਚ ਨਟ ਵੀ ਨੇ, ਟਾਇਰ ਵੀ ਨੇ, ਭਾਈ ਟਾਇਰ ਜਾ ਰਹੇ ਨੇ, ਨਹੀਂ। ਸਤਿਗੁਰ ਸਮਝਾਉਂਦੇ ਨੇ, ਐਂ ਇੱਕ ਹੋ ਜਾਂਦਾ ਉਹ। ਕੋਈ ਵੀ ਗੁਰਸਿੱਖ ਹੋ ਸਕਦਾ ਭਾਈ, ਜਿਹੜਾ ਗੁਰੂ ਭਗਤਾਂ ਨੇ ਦਰਸਾਏ ਰਾਹ 'ਤੇ ਚੱਲਦਾ ਹੈ। ਬਸਤ ਮਾਹੇ ਲੈ ਬਸਤ ਗੜਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ। ਫਿਰ ਉਹਨੂੰ ਲੱਗ ਨਹੀਂ ਕਹਿ ਸਕਦੇ। ਨਿਸ ਦਿਨ ਜੋ ਪ੍ਰਾਣੀ ਭਜੇ, ਰਾਮ ਰੂਪ ਤਹਿ ਜਾਣ। ਜਿਹੜੇ ਦਿਨ ਰਾਤ ਉਹਦੇ ਨਾਲ ਜੁੜੇ ਰਹਿੰਦੇ ਨੇ, ਉਹ ਆਪਦੇ ਰੂਪ ਮੂਲ ਨੂੰ, ਹਰ ਨੂੰ, ਰਾਮ ਨੂੰ ਜਾਣ ਲੈਂਦੇ ਨੇ, ਉਹਦਾ ਹੀ ਰੂਪ ਹੋ ਜਾਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ, ਬੂਝੇ ਬੂਝਣਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਨਾਰਾਇਣ ਨਰ ਨੂੰ ਮੁਕਤੀ ਦੇਣ ਵਾਲਾ, ਰੋਸ਼ਨੀ, ਇੱਕ ਹੋ ਜਾਂਦੇ ਨੇ ਜਿਹੜੇ ਬੁੱਝ ਲੈਂਦੇ ਨੇ। ਇਹ ਤੀਜੀ ਅਵਸਥਾ ਹੈ ਭਾਈ। ਪਹਿਲੀ ਅਵਸਥਾ ਆਪਣੀ ਕੀ ਹੈ, ਜਦੋਂ ਆਪਾਂ ਗੁਰ ਸ਼ਬਦ ਨੂੰ ਵਿਚਾਰਦੇ ਹਾਂ, 'ਚੋਂ ਗਿਆਨ ਪੈਦਾ ਹੁੰਦਾ ਹੈ। ਉਹ ਗਿਆਨ ਨਾਲ ਮਨ ਟਿਕ ਜਾਂਦਾ ਹੈ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਫਿਰ ਉਹੀ ਗਿਆਨ ਧਿਆਨ ਬਣ ਜਾਂਦਾ ਹੈ। ਫਿਰ ਧਿਆਨ 'ਚੋਂ ਬੁੱਝੀ ਜਾਂਦੀ ਹੈ ਗੱਲ। ਉਹੀ ਸਤਿਗੁਰ ਸਮਝਾਉਂਦੇ ਨੇ, ਬੂਝੇ ਬੂਝਣਹਾਰ ਵਿਵੇਕ। ਵਿਵੇਕੀਆਂ ਦੀ ਬਾਣੀ ਹੈ ਭਾਈ ਇਹ 'ਤੇ ਆਪਾਂ ਚੱਲਣਾ ਵਾ, ਫਿਰ ਇਹ ਆਪਾਂ ਨੂੰ ਪ੍ਰਾਪਤੀ ਹੋਣੀ ਹੈ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ, 9ਵੇਂ ਪਾਤਸ਼ਾਹ ਦਾ ਸਲੋਕ ਲੈ ਲੈਂਦੇ ਹਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸਾਰੰਗ ਮਹੱਲਾ 9ਵਾਂ। ਹਰ ਬਿਨ ਤੇਰੋ ਕੋ ਨ ਸਹਾਈ, ਕਾਂ ਕੀ ਮਾਤ ਪਿਤਾ ਸੁਤਵੰਤਾ, ਕੋ ਕਾਹੂ ਕੋ ਭਾਈ। ਰਹਾਓ। ਸਤਿਗੁਰ ਸਮਝਾਉਂਦੇ ਆ ਭਾਈ, ਇਹ ਸਰੀਰ ਰਿਸ਼ਤੇ ਨੇ ਮਾਇਆ ਦੇ। ਜੇ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤ ਵਰਤਾਇਆ। ਜਦੋਂ ਅਸੀਂ ਦੁਆਪਰ 'ਚੋਂ ਦੁਆਪੁਰ 'ਚੋਂ ਇਹ ਕਲਯੁਗ 'ਚ ਆਉਂਦੇ ਹਾਂ, ਕਾਲਪਨਿਕ ਯੁੱਗ ਸਰੀਰ ਕਰਕੇ ਆਤਮਾ ਮਾਇਆ 'ਚ ਲਿਪਤ ਹੁੰਦੀ ਹੈ, ਉਹਨੂੰ ਕਲਯੁਗ ਕਿਹਾ ਗਿਆ। ਕਾਲਪਨਿਕ ਯੁੱਗ, ਕਲਪਨਾ ਸ਼ੁਰੂ ਹੋ ਜਾਂਦੀ ਹੈ ਸਾਡੀ। ਹੁਣ ਆਪਾਂ ਇੱਥੋਂ ਫਿਰ ਹੀ ਪ੍ਰਾਪਤੀ ਕਰਨੀ ਹੈ। ਅੰਜਨ ਮਾਹੇ ਨਿਰੰਜਨ ਪਾਈਏ, ਮਾਇਆ 'ਚ ਰਹਿੰਦੇ ਹੋਏ ਗੁਰੂ ਦੇ ਚਰਨ ਫੜਨੇ ਆ, ਬਾਣੀ ਗੁਰ ਸ਼ਬਦ ਗਿਆਨ ਲੈਣਾ ਹੈ। ਫਿਰ ਆਪਾਂ ਮਾਇਆ ਪਾਰ ਕਰ ਜਾਣੀ ਹੈ। ਗੁਰ ਕੀ ਮੱਤ ਲੈ ਕੇ, ਆਪਣੀ ਮੱਤ ਨਾ ਨਹੀਂ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਉਹਦੀ ਨਦਰ ਕਿਰਪਾ ਲੈਣੀ ਹੈ ਦਾਤੇ ਦੀ। ਸਤਿਗੁਰ ਸਮਝਾਉਂਦੇ ਨੇ, ਜਿਹੜੇ ਸੰਸਾਰੀ ਰਿਸ਼ਤੇ ਨੇ ਭਾਈ, ਇਹ ਸਰੀਰ ਕਰਕੇ ਤਾਂ ਸਹਾਈ ਹੁੰਦੇ ਆ, ਪਰ ਅੱਗੇ ਇਹ ਹੁਣ ਅਖਾੜ ਚਲੋ ਹਰ ਲਾਹਾ, ਆਗੇ ਬਸਨ ਸਹਿਲਾ। ਹਰ ਲਾਹਾ ਤੋਂ ਭਾਵ ਇਹੀ ਲਾਹਾ ਭਾਈ, ਬਾਣੀ ਹਰ ਕਥਾ ਹੈ। ਇਹ ਆਪਾਂ ਹਰ ਦਾ ਗਿਆਨ ਲੈਣਾ ਹੈ, ਪਰ ਆਪਣੀ ਮੱਤ ਨਾਲ ਤਾਂ ਲੈ ਨਹੀਂ ਸਕਦੇ। ਇਹਨੂੰ ਸੁਣਦੇ ਵਿਚਾਰਦੇ ਰਹਾਂਗੇ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਸੁਣਦੇ ਵਿਚਾਰਦੇ ਰਹਿਣਾ। ਜਿਹੜੇ ਸੁਣਦੇ ਵਿਚਾਰਦੇ ਰਹਿਣਗੇ ਉਹ ਅੰਬਰ ਹੋ ਜਾਣਗੇ, ਜੰਮਣ ਮਰਨ ਦਾ ਛੁਟਕਾਰਾ ਹੋ ਜਾਊਗਾ। ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ ਅੱਗੇ। ਨਾਮ ਤਾਂ ਸੁਣਨਾ ਔਰ ਸਮਝਣਾ ਹਾਲੇ ਉਹ ਤਾਂ ਅੱਗੇ ਦੀ ਗੱਲ ਹੈ। ਰਹਾਓ। ਤਨ ਧਰਨੀ ਅਰ ਸੰਪਤ ਸਗਰੀ, ਜੋ ਮਾਨਿਓ ਅਪਨਾਈ। ਤਨ ਛੋਟੇ ਕਾ ਸੰਗ ਨਾ ਚਾਲੇ, ਕਹਾਂ ਤਾਹੇ ਲਪਟਾਈ। 9ਵੇਂ ਪਾਤਸ਼ਾਹ ਸਮਝਾਉਂਦੇ ਆ ਭਾਈ, ਜੋ ਤੂੰ ਦੇਖ ਰਹੇ ਆ ਸੰਪਤ, ਜੋ ਵੀ ਸੰਸਾਰ ਦੇਖ ਰਹੇ ਆ,
ਸਰੀਰ ਨਾਲ ਹੀ ਸਮਾਪਤ ਹੋ ਜਾਂਦੇ ਨੇ ਇਹ ਸਾਰੇ ਭਾਈ। ਦੀਨ ਦਿਆਲ ਸਦਾ ਦੁੱਖ ਭੰਜਨ, ਤਾਂ ਸਿਓ ਰੁਚ ਨਾ ਵਡਾਈ। ਉੱਧਰ ਆਪਾਂ ਕਿੱਥੇ ਜਿਹੜਾ ਕੰਮ ਕਰਨ ਆਏ ਸੀਗੇ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀ, ਉਹ ਆਪਾਂ ਕੀਤੀ ਹੀ ਨਹੀਂ। ਬਿਰਧ ਪਿਓ ਸੋਝੇ ਨਹੀਂ, ਕਾਲ ਪਹੁੰਚੇ ਹੁਣ ਤੈਨੂੰ ਕਾਲ ਆ ਜਾਂਦਾ ਭਾਈ। ਭਗਤ ਕਬੀਰ ਜੀ ਵੀ ਸਮਝਾਉਂਦੇ ਆ, ਜਾਗਦਾ ਜੀਵ ਪਰ ਜਦੋਂ ਸਮਾਂ ਨਿਕਲ ਜਾਂਦਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂੰਹ ਮੇ ਲਾਗੇ। ਜਾਗਣਾ ਭਾਈ ਪਹਿਲਾਂ ਆਪਾਂ ਜਾਗਣਾ ਹੈ, ਸਰੀਰ 'ਚ ਰਹਿੰਦਿਆਂ ਜਾਗਣਾ ਵਾ। ਗੁਰ ਕਿਰਪਾ ਤੇ ਸੀ ਜਨ ਜਾਗੇ, ਬੋਲੇ ਅੰਮ੍ਰਿਤ ਪਾਣੀ। ਆਨੰਦ ਸਾਹਿਬ ਸਤਿਗੁਰ ਸਮਝਾਉਂਦੇ ਆ, ਗੁਰ ਕਿਰਪਾ ਲੈਣੀ ਆ ਆਪਾਂ, ਗੁਰ ਸ਼ਬਦ ਦੇ ਗਿਆਨ 'ਚੋਂ ਇਹ ਰਹਿਮਤ ਹੋਣੀ ਆ ਆਪਣੇ ਤੇ, ਫਿਰ ਆਤਮਾ ਨੇ ਜਾਗਣਾ। ਆਪਾਂ ਜਾਗ ਕੇ ਜਾਣਾ ਉੱਥੇ, ਸੁੱਤਾ ਨਹੀਂ ਉੱਥੇ ਕੋਈ ਜਾ ਸਕਦਾ। ਤੇ ਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਸੁੱਤੇ ਹੀ ਚਲੇ ਜਾਂਦੇ ਨੇ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹਨਾਂ ਦਾ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਇਹ ਸੰਸਾਰੀ ਅੰਮ੍ਰਿਤ ਵੇਲਾ ਹੈ ਭਾਈ। ਉਹਦੇ ਨਾਲ ਪ੍ਰੇਮ ਕਰਨਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਨਾਨਕ ਕਹਿਤ ਜਗ ਮਿਥਿਆ, ਜਿਉਂ ਸੁਪਨਾ ਰਹਿਣਾ। ਜਿਵੇਂ ਸੁਪਨਾ ਆਪਾਂ ਸੁੱਤੇ ਦੇਖ ਰਹੇ ਹਾਂ, ਕੋਈ ਜਗਾ ਦੇ ਟੁੱਟ ਜਾਂਦਾ, ਇਵੇਂ ਜਦੋਂ ਸਾਨੂੰ ਕਾਲ ਸਾਡਾ ਸਮਾਂ ਅੰਤ ਆਉਂਦਾ ਹੈ, ਸੰਸਾਰ ਸੁਪਨਾ ਬਣ ਜਾਂਦਾ ਭਾਈ। ਤੇ ਨੌਵੇਂ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਇਹ 'ਤੇ ਅਮਲ ਕਰਨਾ। ਆਪਾਂ ਇਹ ਲਾਹਾ ਲੈਣਾ, ਇਹਾਂ ਖਾੜ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ। ਹੁਣ ਆਪਾਂ ਤੀਆ ਪਦਾ ਵਿਚਾਰੀਏ, ਸਤਿਗੁਰ ਕੀ ਸਮਝਾਉਂਦੇ ਨੇ। ਜਿਹੜੇ ਭੈ ਤੋਂ ਮੁਕਤ ਹੋ ਜਾਂਦੇ ਨੇ, ਨਿਰਵੈਰ ਹੋ ਜਾਂਦੇ ਨੇ ਸੰਸਾਰ ਨਾਲ, ਜਿਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਰਹਿੰਦਾ, ਉਹ ਸੇਵਕ ਬਣ ਜਾਂਦੇ ਨੇ। ਕਿਹਦੇ? ਹਰ ਦੇ। ਪਹਿਲਾਂ ਸੇਵਕ ਆਪਾਂ ਸਾਰੇ ਕਹਾਉਂਦੇ ਹਾਂ, ਪਰ ਬਾਣੀ ਨਹੀਂ ਮੰਨਦੀ ਹੈਗੀ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਜਿਹੜੇ ਪਲ ਪਲ ਉਹਨੂੰ ਜਪਦੇ ਨੇ, ਜਿਹੜੇ ਦਰਗਾਹ 'ਚ ਪ੍ਰਵਾਨ ਹੋ ਜਾਂਦੇ ਨੇ, ਉਹ ਹਰੀ ਦੇ ਸੇਵਕ ਨੇ ਭਾਈ। ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਰ, ਪੰਚਾਂ ਕਾ ਗੁਰ ਇੱਕ ਧਿਆਨ। ਉਹੀ ਗੁਰਸਿੱਖ ਨੇ ਭਾਈ, ਉਹੀ ਗੁਰਮੁਖ ਨੇ, ਜਿਹਨਾਂ ਦਾ ਇੱਕ ਧਿਆਨ ਹੋ ਜਾਂਦਾ ਹੈ। ਇੱਕ ਧਿਆਨ ਤਾਂ ਬਾਣੀ ਕਰਾਉਂਦੀ ਹੈ ਆਪਣਾ, ਇੱਕ ਦਾ ਗਿਆਨ ਦਿੰਦੀ ਹੈ ਆਪਾਂ ਨੂੰ। ਇਹ ਜੁਗਮੇ ਏਕੇ ਕੋ ਆਇਆ, ਜਨਮਤ ਮੋਹਿਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਹੁਣ ਮਾਇਆ ਤੋਂ ਮੁਕਤੀ ਪ੍ਰਾਪਤ ਕਰਨੀ ਆਪਾਂ। ਉਹ ਸੇਵਕ ਇਹੋ ਜਿਹੇ ਹੁੰਦੇ ਨੇ, ਸਤਿਗੁਰ ਸਮਝਾਉਂਦੇ ਨੇ ਧੀਏ ਪਦੇ 'ਚ। ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ। ਆਗਿਆਕਾਰੀ ਭਾਈ, ਮਨ ਆਗਿਆ 'ਚ ਆ ਜਾਂਦਾ ਹੈ, ਭਾਣੇ 'ਚ ਆ ਜਾਂਦਾ ਹੈ। ਕਹੋ ਕਬੀਰ ਜਬ ਜਾਣਿਆ ਤੋਂ ਮਨ ਮਾਨੇ। ਜਦ ਮਨ ਜਾਣ ਲੈਂਦੇ, ਮਨ ਬੁੱਧੀ ਨੂੰ ਗਿਆਨ ਹੋ ਜਾਂਦਾ, ਸੂਝਵਾਨ ਹੋ ਜਾਂਦੇ ਨੇ, ਫਿਰ ਸਾਡਾ ਮਨ ਆਗਿਆ 'ਚ ਆ ਜਾਂਦਾ। ਸੰਸਾਰ 'ਚ ਕੁਛ ਵੀ ਹੋ ਜਾਵੇ, ਵਿਰੋਧ ਨਹੀਂ ਕਰਦਾ, ਫਿਰ ਭਾਣੇ 'ਚ ਆ ਜਾਂਦਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੀ ਨਾ ਕੋਈ। ਉਹ ਅਵਸਥਾ ਉਹਨੂੰ ਪ੍ਰਾਪਤ ਹੋ ਜਾਂਦੀ, ਕਿਸੇ ਨੂੰ ਵੀ ਹੋ ਸਕਦੀ ਹੈ ਭਾਈ। ਜਿਹੜੇ ਗੁਰੂ ਭਗਤ ਅੰਦਰ ਸਾਈ ਰਾਹ 'ਤੇ ਚੱਲਣਗੇ, ਉਹੀ ਸੇਵਕ ਨੇ, ਉਹ ਆਗਿਆਕਾਰੀ ਨੇ। ਠਾਕਰ ਕਾ ਸੇਵਕ ਸਦਾ ਪੁਜਾਰੀ, ਸਦਾ ਹੀ ਪੁਜਾਰੀ ਉਹਦੇ ਦਰ 'ਤੇ ਖੜਾ ਹੈ ਭਾਈ। ਭਗਤ ਤੇਰੇ ਮਨ ਭਾਉਂਦੇ, ਦਰ ਸੋਹਿਨ ਕੀਰਤ ਗਾਉਂਦੇ, ਨਾਨਕ ਕਰਮਾਂ ਵਾਰੇ, ਦਰ ਢੋ ਨਾ ਲਹਿਨੀ ਤਾਮਦੇ। ਕਿਰਪਾ ਲੈਣੀ ਆਪਾਂ ਭਾਈ। ਕਿ ਸਤਿਗੁਰ ਕੀ ਸਮਝਾਉਂਦੇ ਆ, ਠਾਕਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ। ਨਿਰਮਲ ਰੀਤ ਹੁੰਦੀ ਹੈ, ਮੈਲ ਤੋਂ ਰਹਿਤ ਹੁੰਦੇ ਨੇ, ਮਾਇਆ ਤੋਂ ਪਰੇ ਹੁੰਦੇ ਨੇ। ਉਹਨਾਂ ਦੇ ਮਨ 'ਚ ਪ੍ਰੀਤੀ ਹੁੰਦੀ ਹੈ। ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ, ਉਹਦੇ ਗੁਣ ਗਾਉਂਦੇ, ਉੱਥੇ ਹੀ ਮਨ ਰਹਿੰਦਾ ਵਾ। ਸੰਸਾਰ 'ਚ ਵੀ ਜਿਹਨੂੰ ਅਸੀਂ ਪ੍ਰੇਮ ਕਰਦੇ, ਸਾਡਾ ਧਿਆਨ ਉੱਥੇ ਹੀ ਰਹਿੰਦਾ ਵਾ। ਨਿਰਮਲ ਰੀਤ ਹੁੰਦੀ ਹੈ ਉਹਨਾਂ ਗੁਰਸਿੱਖਾਂ ਦੀ, ਮੈਲ ਤੋਂ ਰਹਿਤ, ਸਾਰਿਆਂ ਨੂੰ ਸਮਦ੍ਰਿਸ਼ਟੀ ਸਮਝਦੇ ਨੇ, ਛੋਟਾ ਬੜਾ ਨਹੀਂ ਸਮਝਦੇ। ਜੇ ਕੋਈ ਛੋਟਾ ਬੜਾ ਸਮਝ ਰਿਹਾ ਵਾ, ਤਾਂ ਉਹਨੂੰ ਗੁਰਸ਼ਬਦ ਦਾ ਗਿਆਨ ਨਹੀਂ ਹੋਇਆ। ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰ ਤਾਂ ਸਮਝਾਉਂਦੇ, ਸਾਰਿਆਂ ਨੂੰ ਪਿਆਰਾ ਕਹਿੰਦੇ ਨੇ, ਸਾਰਿਆਂ ਨੂੰ ਬਰਾਬਰੀ ਦਿੰਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ। ਉਹ 'ਤੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਭਾਈ। ਉਹਨਾਂ ਨੂੰ ਹੁਕਮ ਦਾ ਦਰਸ਼ਨ ਹੋ ਜਾਂਦਾ, ਨਾਮ ਦਾ ਦਰਸ਼ਨ ਹੋ ਜਾਂਦਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਉਹ ਆਪਦੇ ਮਾਲਕ ਨੂੰ ਨਾਲ ਸਮਝਦੇ ਨੇ, ਆਪਦੇ ਮਾਲਕ ਦੀ ਗੱਲ ਕਰਦੇ ਨੇ। ਜਿਵੇਂ ਸੰਸਾਰੀ ਭਾਵ ਵੀ ਲਈ ਆਪਾਂ, ਜੇ ਕੋਈ ਨੌਕਰ ਇਮਾਨਦਾਰੀ ਨਾਲ ਕੰਮ ਕਰੇ ਤਾਂ ਮਾਲਕ ਦੇ ਦਿਲ 'ਚ ਜਗ੍ਹਾ ਬਣ ਜਾਂਦੀ ਹੈ। ਪਰ ਆਪਾਂ ਤਾਂ ਇੱਥੇ ਗੁਰੂ ਦੇ ਪਿੱਛੇ ਚੱਲਣਾ, ਨਦੀਆਂ ਪਵੇ ਸਮੁੰਦ ਨਾ ਜਾਣੀ। ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ ਭਾਈ, ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਇਵੇਂ ਅਸੀਂ ਗੁਰਸਿੱਖਾਂ ਨੇ ਗੁਰਸ਼ਬਦ ਦੀ ਕਮਾਈ ਕਰਕੇ ਗੁਰੂ ਦਾ ਰੂਪ ਹੀ ਹੋ ਜਾਣਾ, ਜਿਵੇਂ ਨਦੀਆਂ ਨਾਲੇ ਸਮੁੰਦਰ ਦਾ ਰੂਪ ਹੋ ਜਾਂਦੇ ਆ। ਠਾਕਰ ਕੋ ਸੇਵਕ ਜਾਣੇ ਸੰਗ, ਗਲਤੀ ਕਰਦਾ ਹੀ ਨਹੀਂ ਭਾਈ, ਕਿਸੇ ਨੂੰ ਬੁਰਾ ਭਲਾ ਕਹਿੰਦਾ ਹੀ ਨਹੀਂ, ਉਹ ਕਿਸੇ ਨੂੰ ਛੋਟਾ ਬੜਾ ਸਮਝਦਾ ਹੀ ਨਹੀਂ। ਆਪਸ ਕੋ ਜੋ ਜਾਣੇ ਨੀਚਾ, ਸੋਈ ਗਣੀਏ ਸਭ ਤੇ ਉੱਚਾ। ਉਹ ਆਪਦੇ ਆਪ ਨੂੰ ਨੀਵਾਂ ਸਮਝਦਾ ਹੈ। ਪ੍ਰਭ ਕਾ ਸੇਵਕ ਨਾਮ ਕੇ ਰੰਗ, ਉਹ ਨਾਮ ਨਾਲ ਜੁੜਿਆ ਰਹਿੰਦਾ, ਹੁਕਮ ਨਾਲ ਜੁੜਿਆ ਰਹਿੰਦਾ, ਭਾਵ ਭਾਣੇ 'ਚ ਰਹਿੰਦਾ। ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ। ਉਹ ਨਿਰੰਕਾਰ ਹੁਕਮ ਸ਼ਕਤੀ ਆਪਣੇ ਸੇਵਕ 'ਤੇ ਹੱਥ ਰੱਖਦਾ ਹੈ।
ਸੋ ਸੇਵਕ ਜਿਸ ਦਿਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਥ ਸਾਥ ਸਮਾਰੇ। ਪਲ ਪਲ ਜੁੜੇ ਰਹਿੰਦੇ ਨੇ ਭਾਈ, ਉੱਤੇ ਕਿਰਪਾ ਰਹਿਮਤ ਹੁੰਦੀ ਰਹਿੰਦੀ ਹੈ, ਉਹਦੇ ਭਾਣੇ 'ਚ ਉਹਦਾ ਜਸ ਕਰਦੇ ਰਹਿੰਦੇ ਨੇ। ਪਰ ਆਪਦੀ ਮੱਤ ਨਾਲ ਅਸੀਂ ਸਾਰੇ ਸੇਵਕ ਬਣ ਜਾਂਦੇ ਹਾਂ, ਪਰ ਜਦੋਂ ਤੱਕ ਉਹਦੀ ਦਿਆ ਨਹੀਂ ਹੁੰਦੀ ਹੈਗੀ। ਉਹੀ ਤਾਂ ਪੰਚਮ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਦਇਆ ਮਇਆ ਕਰ ਪ੍ਰਾਣ ਪਤ ਪਿਆਰੇ, ਮੋਹਿਆ ਨਾ ਤੁਮਰੀ ਸਰਣ ਆਈ। ਆਪਾਂ ਸਰਨ ਜਾਣਾ ਭਾਈ, ਫੇਰ ਹੀ ਦਿਆ। ਉਹ ਇੱਥੇ ਭਾਲੀ ਜਾਣੀ ਤਾਂ ਮ੍ਰਿਤ ਲੋਕ ਹੈ, ਸਰੀਰ ਨਾਲ ਜੁੜੇ ਬੈਠੇ, ਆਪਦੇ ਆਪ ਨੂੰ ਪੂਰਨ ਮੰਨੀ ਬੈਠੇ। ਇਹੀ ਤਾਂ ਆਪਾਂ ਗਲਤੀ ਕਰਦੇ ਹਾਂ। ਨਾਨਕ ਸੋ ਸੇਵਕ ਸਾਥ ਸਾਥ ਸਮਾਰੇ। ਉਹ ਗੁਰਸਿੱਖਾਂ ਦੀ ਅਵਸਥਾ ਬਾਰੇ ਸਤਿਗੁਰ ਸਮਝਾ ਰਹੇ ਨੇ। ਅੱਗੇ ਅੱਗੇ ਜਿਵੇਂ ਪਦਾ ਬਦਲਦਾ ਹੈ, ਆਪਣੇ ਜਨ ਕਾ ਪਰਦਾ ਢਾਕ ਕੇ, ਆਪਣੇ ਸੇਵਕ ਕੀ ਸਰ ਪਰ ਰੱਖੇ। ਕਿਰਪਾ ਰਹਿਮਤ ਰੱਖਦਾ, ਉਹ 'ਤੇ ਹੱਥ ਰੱਖਦਾ ਭਾਈ। ਉਹਦੀ ਸੰਸਾਰ 'ਚ ਕਰੋਨਾ ਪਾਪ ਕੀਤੇ ਹੋਏ ਪਰਦਾ ਢੱਕ ਦਿੰਦਾ ਹੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਗਿਆਨ ਵੱਧਦਾ ਹੀ ਚੱਲਿਆ ਜਾਂਦਾ ਹੈ, ਸ੍ਰਿਸ਼ਟੀ ਦੀ ਸਾਰੀ ਦੀ ਸੋਝੀ ਹੋ ਜਾਂਦੀ ਉਹਦੀ ਕਿਰਪਾ ਰਹਿਮਤ ਨਾਲ। ਜਿਵੇਂ ਜਿਵੇਂ ਉਹਦੇ ਨੇੜੇ ਨੂੰ ਅਸੀਂ ਹੋਈ ਜਾਂਦੇ ਹਾਂ, ਜਿਵੇਂ ਜਿਵੇਂ ਗਿਆਨ ਵਧੀ ਜਾਂਦਾ ਹੈ, ਉਹਦੀ ਵਡਾਈ ਵਧੀ ਜਾਂਦੀ ਹੈ, ਉਹਦਾ ਜਸ ਵਧੀ ਜਾਂਦਾ ਹੈ। ਆਪਣੇ ਸੇਵਕ ਕੀ ਆਪ ਪਤ ਰਾਖੇ, ਤਾਂ ਕਿ ਗਤ ਮਿਤ ਕੋਈ ਨਾ ਲਾਖੇ। ਉਹਦੇ ਬਾਰੇ ਤਾਂ ਕੋਈ ਬਿਆਨ ਨਹੀਂ ਕਰ ਸਕਦਾ ਭਾਈ ਉਹ ਗੁਰਸਿੱਖ ਦੇ, ਕਿਉਂਕਿ ਉਹ ਤਾਂ ਮਾਇਆ ਪਾਰ ਕਰ ਗਿਆ ਹੁੰਦਾ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ। ਜਿਹੜੇ ਮਾਰਗ 'ਤੇ ਚੱਲਦੇ ਉਹਨਾਂ ਨੂੰ ਹੀ ਸਮਝ ਆਉਂਦੀ ਹੈ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ। ਇਹ ਬ੍ਰਹਮ ਗਿਆਨੀਆਂ ਦਾ ਮਾਰਗ ਹੈ ਭਾਈ। ਇਹ ਮਾਰਗ 'ਤੇ ਚੱਲਣ ਵਾਲੀ ਇਹ ਖੇਲ ਨੂੰ ਸਮਝ ਸਕਦੇ ਨੇ। ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ, ਉਹਨਾਂ ਨੂੰ ਹੀ ਸਮਝ ਆਉਣੀ ਹੈ। ਆਪਾਂ ਇਹ ਰਾਹ 'ਤੇ ਚੱਲ ਕੇ ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਊਂਚ ਤੇ ਊਂਚੇ। ਉੱਚੇ ਉੱਚਾ ਭਗਵੰਤ ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਮਨ ਬੁੱਧੀ ਦਾ ਦਾਇਰਾ ਇੰਨਾ ਵੱਧ ਜਾਂਦਾ ਹੈ ਕਿਉਂਕਿ ਸਤਿਗੁਰੂ ਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਇਹ ਗੁਰਸ਼ਬਦ ਦਾ ਗਿਆਨ ਇੰਨਾ ਸ਼ਕਤੀਸ਼ਾਲੀ ਹੈ ਭਾਈ। ਸੰਸਾਰ 'ਚ ਕਿੰਨਾ ਵੀ ਮੋਹ ਮਾਇਆ ਦਾ ਜਾਲ 'ਚ ਫਸਿਆ ਹੋਏ ਜੀਵ, ਉਹਨੂੰ ਕੱਟ ਦਿੰਦਾ ਹੈ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਛੂਟ ਜਾਏ ਪਰਮਾਏ। ਸਤਿਗੁਰ ਸਮਝਾਉਂਦੇ ਭਾਈ ਆਪਣੀ ਮੱਤ ਨਾਲ ਤਾਂ ਆਪਾਂ ਕੱਟ ਨਹੀਂ ਸਕਦੇ, ਇਹ ਗੁਰ ਕੀ ਮੱਤ ਨਾਲ ਜਾਲ ਕੱਟਿਆ ਜਾਣਾ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਸਤਿਗੁਰ ਸਮਝਾਉਂਦੇ ਨੇ ਭਾਈ, ਜਿਹੜਾ ਹਰ ਦਾ ਜਸ ਕਰਦਾ ਹੈ, ਜਿਹੜਾ ਪ੍ਰਭ ਦੀ ਸੇਵ 'ਚ ਲੱਗ ਜਾਂਦਾ ਹੈ, ਪ੍ਰਭ ਦੇ ਭਾਣੇ ਚੱਲਦਾ ਵਾ, ਉਹ ਦਹਿ ਦਿਸ 'ਚ ਪ੍ਰਗਟ ਹੋ ਜਾਂਦਾ। ਉਹਦੇ ਅੰਦਰ ਨਾਮ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਆਪਾਂ ਰਹਿਰਾਸ ਵੀ ਰੋਜ਼ ਪੜ੍ਹਦੇ ਹਾਂ, ਗੁਰਸਾਖੀ ਜੋਤ ਪ੍ਰਗਟ ਹੋਈ। ਗੁਰੂ ਦੀ ਸਿੱਖਿਆ ਲਈ ਜਾਣੀ ਹੈ, ਸਾਰਾ ਜੀਵਨ ਸਾਡੀ ਸਿੱਖਿਆ ਲੈਂਦਾ ਹੀ ਨਿਕਲ ਜਾਂਦਾ ਹੈ, ਫਿਰ ਇਹ ਕਿਤੇ ਜੋਤ ਪ੍ਰਗਟ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਨੀਕੀ ਕੀਰੀ ਮੈਂ ਕੱਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ। ਇਹਦੀ ਵੀ ਸਾਖੀ ਬਣੀ ਇਹੀ ਹੈ ਵੀ ਕੀਰੀ ਲਸਕਰਾਂ ਨੂੰ ਮਾਰ ਦਿੰਦੀ ਹੈ। ਨਹੀਂ ਨਹੀਂ ਭਾਈ, ਐਸੀ ਗੱਲ ਨਹੀਂ ਕੋਈ। ਕੀਰੀ ਨੀਕੀ ਕੀਰੀ ਮੈਂ ਕੱਲ ਹੁੰਦੀ ਹੈ ਕਲਾ ਗਿਆਨ। ਸਤਿਗੁਰ ਨੇ ਕੀੜੀ ਦੇ ਵਿੱਚ ਵੀ ਆ ਉਹਦੀ ਕਲਾ ਗਿਆਨ ਰੱਖ ਕੇ, ਦੇਖੋ ਉਹਦਾ ਸਰੀਰ ਕਿਹੋ ਜਿਹਾ ਬਣਾਇਆ। ਇੰਨੀ ਕਲਾ ਦਾ ਮਾਲਕ ਹੈ। ਪਿੱਛੇ ਆਪਾਂ ਪੜ੍ਹਿਆ ਤਾਂ ਹੈਗਾ, ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਰ ਹਾਰ ਜਾ ਕੇ ਸਿਮਰਨ ਉਧਰੀਏ। ਉਹਦਾ ਤਾਂ ਸਿਮਰਨ ਹੀ ਇਹੋ ਜਿਹਾ, ਸੋਝੀ ਇਹੋ ਜਿਹੀ, ਸਾਡਾ ਆਧਾਰ ਹੋ ਜਾਂਦਾ। ਲਸਕਰ ਕਿਹਨੇ ਬਣਾਇਆ, ਉਹ ਵੀ ਉਹਨੇ ਬਣਾਏ ਨੇ। ਜੰਮਣਾ ਮਰਨਾ ਹੁਕਮ ਹੈ, ਉਹਦੇ ਹੁਕਮ ਨਾਲ ਜੀਵ ਜਨਮ ਲੈਂਦਾ ਹੈ, ਹੁਕਮ ਨਾਲ ਸਮਾਪਤੀ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਿਸ ਕਾ ਸਾਸ ਨਾ ਕੱਢ ਤਾਪ, ਤਾਂ ਕੋ ਰੱਖ ਦੇ ਕਰ ਹਾਥ। ਜਦੋਂ ਅਸੀਂ ਗੁਰਸ਼ਬਦ ਦੀ ਕਮਾਈ ਕਰਦੇ ਹਾਂ, ਮਨ ਬੁੱਧੀ ਸੂਝਵਾਨ ਹੋ ਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਇੱਕ ਹੋ ਜਾਂਦੇ ਨੇ, ਉਹਨਾਂ 'ਤੇ ਕਿਰਪਾ ਰਹਿਮਤ ਹੋ ਜਾਂਦੀ ਹੈ। ਇਹੀ ਤਾਂ ਗਿਆਨ ਦਾ ਹੱਥ ਹੈ। ਉਹਦਾ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ। ਜਿਸ ਤੂੰ ਰੱਖੇ ਤਿਸ ਮਾਰੇ ਕੌਣ, ਜਿਸ ਮਾਰੇ ਤਿਸ ਬਚਾਵੇ ਕੌਣ। ਉਹੀ ਸਤਿਗੁਰ ਸਮਝਾਉਂਦੇ ਆ ਭਾਈ ਜੀ, ਤੇ ਤੂੰ ਹੱਥ ਰੱਖਦਾ ਹੈ, ਉਹਦਾ ਜੀਵਨ ਬਦਲ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਮਾਨਸ ਯਤਨ ਕਰਤ ਬਹੁ ਭਾਤ, ਤਿਸ ਕੇ ਕਰਤਵ ਬਿਰਥੇ ਜਾਤ। ਜੀਵ ਤਾਂ ਬਹੁਤ ਉਦਮ ਕਰਦਾ ਹੈ, ਬੁਰਾਈਆਂ ਕਰਦਾ ਹੈ, ਪਰ ਨਹੀਂ, ਸਾਰਾ ਕੁਛ ਉਹਦੇ ਹੱਥ 'ਚ ਆ ਭਾਈ। ਇਹ ਸਾਨੂੰ ਕਦੋਂ ਸਮਝ ਆਉਂਦਾ ਹੈ, ਜਦੋਂ ਸਾਨੂੰ ਗੁਰ ਸ਼ਬਦ 'ਚੋਂ ਗਿਆਨ ਹੁੰਦਾ ਵਾ। ਅੱਗੇ ਫਿਰ ਆ ਗਿਆ ਉਹੀ ਸਤਿਗੁਰ ਸਮਝਾਉਂਦੇ ਆ ਆਪਾਂ ਨੂੰ, ਮਾਰੇ ਨਾ ਰੱਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ। ਸਾਰੇ ਜੀਅ ਤਾਂ ਉਹਨੇ ਪੈਦਾ ਕੀਤੇ ਆ ਭਾਈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਸਾਰਿਆਂ ਦੀ ਪ੍ਰਤਪਾਲ ਕਰਦਾ ਹੈ। ਫਿਰ ਦੂਜਾ ਕਿਵੇਂ ਮਾਰ ਸਕਦਾ ਹੈ ਕੋਈ। ਉਹ ਅਗਿਆਨਤਾ ਸੀ ਸਾਡੀ, ਸਾਨੂੰ ਜਦੋਂ ਗਿਆਨ ਹੋ ਜਾਂਦਾ, ਨਾਰਾਇਣ ਦਾ ਦਰਸ਼ਨ ਹੋ ਜਾਂਦਾ, ਭਾਵ ਗੁਰਬਾਣੀ ਜਗ ਮੇ ਚਾਨਣ ਕਰਮ ਬਸੇ ਮਨ ਆਏ। ਚਾਨਣ ਮਿਲ ਜਾਂਦਾ ਸਾਨੂੰ, ਪ੍ਰਕਾਸ਼ ਮਿਲ ਜਾਂਦਾ ਹੈ, ਫਿਰ ਸਾਨੂੰ ਖੇਲ ਸਮਝ ਆਉਂਦੀ ਹੈ। ਮਾਰੇ ਨਾ ਰਾਖੇ ਅਵਰ ਨਾ ਕੋਈ, ਸਰਬ ਜੀਆਂ ਕਾ ਰਾਖਾ ਸੋਏ। ਜਦੋਂ ਉਹੀ ਪ੍ਰਤਪਾਲਕ ਹੈ, ਮਾਰਨ ਵਾਲਾ ਵੀ ਉਹੀ ਹੈ। ਮਰਨਾ ਕੀ ਹੈ, ਅਗਿਆਨਤਾ ਹੈ।
ਮੌਤ ਨਹੀਂ, ਬਾਣੀ ਨਹੀਂ ਮੰਨਦੀ ਹੈਗੀ, ਨਾ ਕਿਸ ਜਨਮੇ ਨਾ ਕਿਸ ਮਰੈ, ਆਪਣ ਚਲਤ ਆਪ ਹੀ ਕਰੇ। ਮਰਨਾ ਕੀ ਹੈ? ਇੱਛਾ ਨੇ, ਇੱਛਾ ਦਾ ਤਿਆਗ ਕਰਨਾ। ਆਪਾਂ ਰੋਜ਼ ਅਰਦਾਸ ਵੀ ਪੜ੍ਹਦੇ ਹਾਂ, ਨਾਨਕ ਦਾਸ ਸਦਾ ਕੁਰਬਾਨੀ। ਕੁਰਬਾਨੀ ਕਾਹਦੀ ਹੈ ਭਾਈ? ਮੋਹ ਮਾਇਆ ਦਾ ਤਿਆਗ। ਇਹ ਤਿਆਗ ਕਰਨਾ ਆਪਾਂ। ਜਦੋਂ ਇੱਛਾ ਦਾ ਤਿਆਗ ਹੋ ਜਾਂਦਾ ਹੈ, ਬੁੱਧੀ ਮਨ ਨੂੰ ਜਿੱਤ ਲੈਂਦੀ ਹੈ, ਮਨ ਭਾਣੇ 'ਚ ਆ ਜਾਂਦਾ ਹੈ, ਮਨ ਜੀਤੇ ਜਗ ਜੀਤ, ਸੰਸਾਰ 'ਚ ਉਹਦਾ ਛੁਟਕਾਰਾ ਹੋ ਜਾਂਦਾ ਹੈ। ਫਿਰ ਇਹ ਮਰ ਕੇ ਜਿਉਂਦਾ ਹੁੰਦਾ ਹੈ, ਫਿਰ ਇਹਦਾ ਜਨਮ ਹੁੰਦਾ ਹੈ ਆਤਮਾ ਦਾ। ਸਰੀਰ ਕਰਕੇ ਜਿਹੜਾ ਅਸੀਂ ਜੰਮਣ ਮਰਨ ਮੰਨਦੇ ਹਾਂ, ਉਹ ਕੱਪੜਾ ਬਦਲ ਕਹਿੰਦੀ ਹੈ ਬਾਣੀ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਨਦਰ ਲੈਣੀ ਆਪਾਂ ਮੋਖ ਦੁਆਰ, ਭਾਵ ਹਰ ਮੂਲ ਦਾ ਦਰਸ਼ਨ ਕਰਨਾ ਆਪਦੇ ਦਾ। ਉਹ ਤੋਂ ਮਨ ਬੁੱਧੀ ਵਿਛੜ ਗਏ, ਇਹਦੀ ਹੁਣ ਖੁਆਰੀ ਹੈ, ਉਹ ਆਪਾਂ ਖਤਮ ਕਰਨੀ ਹੈ। ਮਾਰੇ ਨਾ ਰਾਖੇ ਅਵਰ ਨਾ ਕੋਈ, ਸਰਬ ਜੀਆਂ ਕਾ ਰਾਖਾ ਸੋਈ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ। ਅਲੱਖ ਹੈ ਭਾਈ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਜਪ ਤੋਂ ਭਾਵ ਨੂੰ ਸਮਝਦੇ ਰਹਿਣਾ ਵਾ। ਇਹ ਜੀਵ ਤੂੰ ਕਿਉਂ ਸੋਚਦਾ ਵਾ? ਤੇਰੇ ਸੋਚਣ ਨਾਲ ਥੋੜ੍ਹੀ ਕੁਛ ਹੋ ਜਾਂਦਾ। ਆਪਾਂ ਨੂੰ ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਸੋਚਣ 'ਚੋਂ ਕੀ ਹੈ? ਚਿੰਤਾ ਪੈਦਾ ਹੋ ਜਾਂਦੀ ਹੈ। ਜੇ ਵਿਚਾਰਾਂਗੇ ਉਹ 'ਚੋਂ ਗਿਆਨ ਪੈਦਾ ਹੋਊਗਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਫਿਰ ਤ੍ਰਿਪਤ ਹੋ ਜਾਂਦੇ ਨੇ ਮਨ ਬੁੱਧੀ ਗੁਰ ਸ਼ਬਦ ਦੇ ਗਿਆਨ ਨਾਲ। ਇਹਨੂੰ ਬਾਰ-ਬਾਰ ਵਿਚਾਰਦੇ ਰਹਿਣਾ, ਕਿਤੇ ਗਲਤੀ ਨਾ ਹੋ ਜੇ ਸਾਤੋਂ, ਦਿਸ਼ਾਹੀਨ ਨਾ ਹੋ ਜਾਈਏ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ, ਖੰਨਿਓ ਤਿੱਖੀ ਵਾਲ ਉਹਨੂੰ। ਇਹ ਬਹੁਤ ਸੂਖਮ ਮਾਰਗ ਹੈ, ਬਹੁਤ ਬਰੀਕੀ ਨਾਲ ਇਹਨੂੰ ਵਿਚਾਰਨਾ ਵਾ। ਰੋਜ਼ ਕਹਿੰਦੇ ਵੀ ਆਪਾਂ ਸਲੋਕ ਪੜ੍ਹਦੇ ਹਾਂ ਗੁਰੂ ਘਰਾਂ ਦੇ ਵਿੱਚ, ਜੋ ਪ੍ਰਭ ਕੋ ਮਿਲਵਾ ਚਾਹੇ ਖੋਜ ਸ਼ਬਦ ਮੈਂ। ਖੋਜਦੇ ਨਹੀਂ ਹੈਗੇ ਅਸੀਂ, ਦੂਏ ਨੂੰ ਉਪਦੇਸ਼ ਕਰਦੇ ਹਾਂ। ਭਗਤ ਕਬੀਰ ਦਾ ਆਪਾਂ ਸਲੋਕ ਲਈਏ, ਕਬੀਰ ਔਰੋਂ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਕਰ ਕਾ ਖੇਤ। ਅਸੀਂ ਦੂਏ ਨੂੰ ਉਪਦੇਸ਼ ਕਰਨ ਲੱਗ ਜਾਂਦੇ, ਆਪ ਨਹੀਂ ਕਮਾਈ ਕਰਦੇ। ਜਿਹੜਾ ਆਪ ਕਮਾਈ ਕਰਦਾ ਉਹੀ ਤਾਂ ਗੁਰਸਿੱਖ ਹੈ ਭਾਈ, ਉਹੀ ਤਾਂ ਉਹਦਾ ਸਿੱਖ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰ ਵਲਗਾਵੇ ਪਾਰ। ਫਿਰ ਇਹ ਤ੍ਰਿਪਤ ਹੁੰਦਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਹੀਂ ਦ੍ਰਿਸ਼ਟਾਇਆ। ਫਿਰ ਦ੍ਰਿਸ਼ਟੀ ਜਾਂਦੀ ਹੀ ਨਹੀਂ ਮਾਇਆ ਤੇ ਤ੍ਰਿਪਤ ਹੋ ਜਾਂਦੇ ਨੇ ਉਹ, ਜਿਨ੍ਹਾਂ ਨੂੰ ਇਹ ਨਾਮ ਰਤਨ ਦੀ ਪ੍ਰਾਪਤੀ, ਹੁਕਮ ਦਾ ਦਰਸ਼ਨ ਹੋ ਜਾਂਦਾ। ਉਹੀ ਤਾਂ ਗੁਰਮੁਖ ਨੇ। ਅਸੀਂ ਸਰੀਰ ਕਰਕੇ ਗੁਰਮੁਖ ਬਣ ਜਾਂਦੇ ਹਾਂ, ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਸਾਰੇ ਸੁੱਖ ਨਾਮ 'ਚੋਂ ਪ੍ਰਾਪਤ ਹੁੰਦੇ ਆ ਸਾਨੂੰ। ਉਹ ਗੁਰਸਿੱਖ ਵੀ ਨਾਮ 'ਚੋਂ ਹੀ ਸੁੱਖ ਪ੍ਰਾਪਤ ਕਰਦੇ ਨੇ, ਕਿਉਂਕਿ ਉਹਨਾਂ 'ਤੇ ਨਾਮ ਦਾ ਰੰਗ ਚੜਿਆ ਹੁੰਦਾ। ਹਰ ਕਾ ਰੰਗ ਕਦੇ ਨਾ ਉਤਰੇ, ਇਹ ਉਤਰਦਾ ਨਹੀਂ ਹੈਗਾ। ਮੇਰੇ ਰਮਈਏ ਰੰਗ ਮਜੀਦ ਕਾ, ਅਰਦਾਸ ਜੀ ਸਮਝਾਉਂਦੇ, ਉਤਰਦਾ ਨਹੀਂ, ਇਹ ਪੱਕਾ ਰੰਗ ਹੈ ਭਾਈ। ਜਿਹੜਾ ਸੰਸਾਰੀ ਮਾਇਆ ਦਾ ਰੰਗ ਹੈ, ਇਹ ਲੈ ਜਾਂਦਾ ਹੈ। ਕਿਹਦੇ ਨਾਲ? ਗੁਰਸ਼ਬਦ ਦੀ ਕਮਾਈ ਨਾਲ। ਇਹ ਪਾਹ ਜਿਹੜੀ ਸਾਨੂੰ ਚੜ੍ਹੀ ਹੈ ਮਾਇਆ ਦੀ, ਮੋਹ ਦਾ ਨਸ਼ਾ, ਬਾਣੀ ਲਾ ਦਿੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ। ਨਾਮ 'ਚ ਹੋ ਕੇ ਸਮਾ ਜਾਂਦੇ ਆ ਭਾਈ, ਨਾਮ ਰਸ ਨਾਲ ਜੁੜੇ ਰਹਿੰਦੇ ਆ। ਉਹ ਜਨ ਸੇਵਕ ਗੁਰਸੇਵਕ ਤ੍ਰਿਪਤ ਰਹਿੰਦੇ ਆ, ਕੋਈ ਇੱਛਾ ਹੀ ਨਹੀਂ ਹੁੰਦੀ ਉਹਨਾਂ ਦੀ। ਸ਼ਬਦ ਮਰੇ ਫੁਨ ਜੀਵੇ, ਫਿਰ ਬਹੁਰ ਨਾ ਮਰਨ ਹੋਈ। ਉਹਨਾਂ ਦਾ ਮਰਨਾ ਜੰਮਣਾ ਕੱਟਿਆ ਜਾਂਦਾ ਵਾ, ਕਿਉਂਕਿ ਉਹਨਾਂ ਨੂੰ ਹੁਕਮ ਦਾ, ਨਾਮ ਦਾ ਦਰਸ਼ਨ ਹੋ ਜਾਂਦਾ। ਗੁਰੂ ਦਾ ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਗੁਰੂ ਕੀ ਹੈ? ਆਪਾਂ ਚੌਪਈ ਸਾਹਿਬ ਲਈਏ ਸਤਿਗੁਰਾਂ ਦਸਮ ਪਾਤਸ਼ਾਹ ਦੀ, ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੀ ਹਮਾਰਾ। ਜਿਹਦਾ ਆਦਿ ਕਿਸੇ ਨੂੰ ਪਤਾ ਨਹੀਂ, ਸੱਚ ਦਾ, ਸਾਡੀ ਮਨਬੁੱਧੀ ਤੋਂ ਪਕੜ ਤੋਂ ਪਰੇ ਹੈ, ਹਮੇਸ਼ਾ ਹੀ ਰਹਿੰਦਾ ਵਾ, ਉਹੀ ਤਾਂ ਗੁਰੂ ਹੈ ਸਾਰਿਆਂ ਦਾ, ਸਾਰੀ ਸ੍ਰਿਸ਼ਟੀ ਦਾ ਪਿੱਤਪਾਲਕ ਹੈ ਜਿਹੜਾ। ਊਠਤ ਬੈਠਤ ਸੋਭਤ ਨਾਮ ਕੋ, ਨਾਨਕ ਜਨ ਕੇ ਸਦਕਾਮ। ਉਹ ਗੁਰਸਿੱਖਾਂ ਦਾ ਕੀ ਕੰਮ ਰਹਿ ਜਾਂਦਾ? ਸਤਿਗੁਰ ਤੈਂ ਸਮਝਾਉਂਦੇ ਆ ਭਾਈ, ਉੱਠਦਿਆਂ ਬਹਿੰਦੇ ਉਹਦਾ ਜਸ ਕਰਨਾ, ਨਾਮ ਬਾਰੇ ਸਮਝਾਉਣਾ। ਕੋ ਨਾਨਕ ਜਨ ਕੇ ਸਦਕਾਮ, ਸਦਾ ਹੀ ਉਹ ਹੁਕਮ ਨਾਲ ਜੁੜੇ ਰਹਿੰਦੇ, ਹੁਕਮ ਦਾ ਜਸ ਕਰਦੇ ਰਹਿੰਦੇ ਨੇ। ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਬੋਲੋ ਜਸ ਜੇਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਮਨ ਬੁੱਧੀ ਫਿਰ ਵਿਚਾਰ ਕਰਦੇ ਨੇ, ਇਹ ਮਨਾ ਹੁਣ ਆਪਾਂ ਦਿਨ ਰਾਤ ਉਹਦਾ ਜਸ ਕਰੀਏ। ਕੁਦਰਤ ਨੇ ਆਪਣੇ 'ਤੇ ਰਹਿਮਤ ਕਰਤੀ, ਆਪਾਂ ਨੂੰ ਦਾਤ ਦਿੱਤੀ। ਇਹੀ ਤਾਂ ਦਾਤ ਹੈ ਭਾਈ ਨਾਮ ਦੀ, ਇਹੀ ਤਾਂ ਮੰਗਣੀ ਆਪਾਂ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀਏ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਤਾਂ ਨਾਮ ਹੈ ਭਾਈ। ਅਸੀਂ ਭੁੱਖ ਸਰੀਰ ਨਾਲ ਜੋੜਤੀ, ਸਰੀਰ ਦੀ ਲੋੜ ਹੈ। ਪ੍ਰਭ ਆਪਣੇ ਜਨ ਕੀਨੀ ਦਾਤ, ਇਹੀ ਤਾਂ ਦਾਤ ਹੈ। ਦਾਤੇ ਦਾਤ ਰੱਖੀ ਹੱਥ ਆਪਣੇ। ਕਿ ਸਤਿਗੁਰ ਕੀ ਸਮਝਾਉਂਦੇ? ਉਹ ਗੁਰਸਿੱਖ ਕੀ ਕਰਦੇ ਨੇ? ਕਰੇ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸਿਉ ਰਹੇ ਸਮਾਏ। ਉਹਦੇ ਨਾਲ ਜੁੜੇ ਰਹਿੰਦੇ ਨੇ, ਖੁਸ਼ ਹੋ ਕੇ ਉਹਦਾ ਜਸ ਕਰਦੇ ਰਹਿੰਦੇ, ਇੱਛਾ ਰਹਿਤ ਹੁੰਦੇ ਨੇ। ਇਸ ਅਵਸਥਾ 'ਚ ਜਾ ਕੇ ਪਰਉਪਕਾਰ ਹੁੰਦਾ ਹੈ।
ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਗੁਰੂ ਭਗਤ ਸਾਹਿਬਾਨਾਂ ਦੀ ਬਾਣੀ ਹੈ, ਇਹ ਪਰਉਪਕਾਰ ਹੈ ਬਹੁਤ ਵੱਡਾ ਸੰਸਾਰ, ਤੇ ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਸੰਸਾਰ 'ਚ ਹੋ ਰਿਹਾ ਉਹਨੂੰ ਮਿੱਠਾ ਕਰਕੇ ਮੰਨਦੇ ਨੇ, ਜਾਣ ਲੈਂਦੇ ਨੇ ਵੀ ਸਾਰਾ ਕੁਛ ਹੁਕਮ 'ਚ ਹੋ ਰਿਹਾ। ਉਹਨਾਂ ਨੇ ਆਪਣੇ ਪ੍ਰਭ ਦੇ ਹੁਕਮ ਨੂੰ ਪਛਾਣ ਲਿਆ ਹੁੰਦਾ, ਸਮਝ ਲਿਆ ਹੁੰਦਾ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਇੱਕ ਨਾ ਜਾਣੋ। ਅਸੀਂ ਤਾਂ ਕੁਦਰਤ ਦਾ ਇੱਕ ਗੁਣ ਵੀ ਨਹੀਂ ਜਾਣਦੇ, ਮਹਿਮਾ ਕਿਵੇਂ ਕਰ ਲਾਂਗੇ? ਸਾਡੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ, ਫਿਰ ਵੀ ਨਹੀਂ ਅਸੀਂ ਹਟਦੇ। ਫਿਰ ਆਪਦੀ ਮੱਤ ਨਾਲ ਅਰਥਾ ਰਹੇ ਹਾਂ ਬਾਣੀ ਨੂੰ। ਬਾਣੀ ਮਨਾ ਵੀ ਕਰਦੀ ਹੈ, ਪੜ੍ਹਿਆ ਹੋਵੇ ਗੁਨੇਗਾਰ ਤਾਂ ਉਮੀ ਸਾਧਨਾ ਮਾਰੀ। ਸਾਨੂੰ ਸਜ਼ਾ ਵੀ ਮਿਲਦੀ ਹੈ, ਪਰ ਫਿਰ ਵੀ ਨਹੀਂ ਹਟਦੇ, ਅਸੀਂ ਅਗਿਆਨੀ ਹਾਂ। ਆਪ ਜਪੇ ਅਵਰੇ ਨਾਮ ਜਪਾਵੇ। ਪਹਿਲਾਂ ਸਮਝਣਾ ਸਾਰੀ ਖੇਲ ਨੂੰ, ਘਰ ਪਹੁੰਚਣਾ ਵਾ ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਦਰੇ, ਕੀਤੀ ਛੁੱਟੀ ਨਾਲ। ਇਹ ਮਸਕਤ ਤੋਂ ਨਿਕਲਣ ਤੋਂ ਬਾਅਦ ਦੇਵਲੋਕ ਪਹੁੰਚਦੇ ਸਹਿਜ ਦੁਨੀਆ 'ਚ, ਫਿਰ ਸਮਝਾਉਣਾ, ਪਹਿਲਾਂ ਆਪਦੇ ਘਰ ਪਹੁੰਚਣਾ। ਇਹ ਬਾਣੀ ਦਾ ਹੁਕਮ ਹੈ ਆਪਾਂ। ਆਠ ਪਹਿਰ ਪਰ ਬਸੇ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ। ਉਹੀ ਤਾਂ ਗੁਰਸਿੱਖ ਨੇ ਭਾਈ, ਜਿਹੜੇ ਅੱਠੇ ਪਹਿਰ ਉਹਦੇ ਗੁਣ ਗਾਉਂਦੇ ਨੇ, ਹਾਜ਼ਰ ਸਮਝਦੇ ਨੇ ਉਹਨੂੰ, ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਨੇ। ਕਹੋ ਨਾਨਕ ਸਹੀ ਜਨ ਪੂਰੇ, ਉਹ ਪੂਰਨ ਹੋ ਜਾਂਦੇ, ਆਪਦੇ ਭਾਵ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਤਰੀਬ ਦੁਨੀਆ ਨੂੰ ਚਲੇ ਜਾਂਦੇ ਨੇ। ਫਿਰ ਉਹਨਾਂ ਦੀ ਭਗਤੀ ਨਾਮ ਦੀ ਸ਼ੁਰੂ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ, ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿੰਨ ਜਾਂਦੇ। ਆਪਾਂ ਵੀ ਬਾਣੀ ਨੂੰ ਵਿਚਾਰਨਾ ਹੈ, ਆਪਾਂ ਵੀ ਓਟ ਲੈਣੀ ਹੈ। ਦੀਨ ਦੁਨੀਆ ਤੇਰੀ ਟੇਕ ਸਭ ਮੇ ਰਵਿਆ ਸਾਹਿਬ, ਉਹ ਸਾਹਿਬ ਦਾ ਆਸਰਾ ਲੈਣਾ ਹੈ। ਪਰ ਆਪਾਂ ਨੂੰ ਗਿਆਨ ਤੋਂ ਬਿਨਾਂ ਸਮਝ ਨਹੀਂ ਆਉਣੀ ਖੇਲ, ਆਪਾਂ ਵੀ ਇਹ ਓਟ ਲੈਣੀ ਹੈ ਸ਼ਬਦ ਦੀ। ਜਿਨ ਜਨ ਆਪਣਾ ਪ੍ਰਭ ਪਛਾਤਾ, ਸੋ ਜਨ ਸਭ ਥੋਕ ਕਾ ਦਾਤਾ। ਉਹ ਜਨਾਂ ਨੂੰ ਸਾਰੀ ਖੇਲ ਸਮਝ ਆ ਜਾਂਦੀ ਹੈ ਵੀ ਸਾਰਾ ਕੁਛ ਤਾਂ ਉਹਦਾ ਹੈ। ਉਹਨਾਂ ਨੇ ਤਾਂ ਆਪਾਂ ਨੂੰ ਸਮਝਾਇਆ, ਆਨੰਦ ਸਾਹਿਬ ਦੇ ਵੀ ਸਤਿਗੁਰਾਂ ਨੇ, ਘਰ ਤਾਂ ਤੇਰੇ ਸਭ ਕਿਸ ਹੈ, ਜਿਸ ਦੇ ਸੋ ਪਾਵੇ। ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ? ਗੁਰੂ ਭਗਤ ਸਾਹਿਬਾਨਾਂ ਦੇ ਮਾਰਗ 'ਤੇ ਚੱਲ ਕੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸਾਰਾ ਕੁਛ ਤਾਂ ਉਹਦਾ ਭਾਈ। ਤਿਸ ਕੀ ਸਰਨ ਸਰਬ ਸੁਖ ਪਾਵੇ, ਤਿਸ ਕੇ ਦਰਸ ਸਭ ਪਾਪ ਮਟਾਵੇ। ਗੁਰਸ਼ਬਦ ਦਾ ਗਿਆਨ ਜਦੋਂ ਅਸੀਂ ਵਿਚਾਰਦੇ ਹਾਂ, ਬਿਨ ਬਾਦਲ ਵਰਖਾ ਹੋਈ, ਜੋ ਤੱਤ ਵਿਚਾਰੇ। ਕੋਈ ਸਤਿਗੁਰ ਸਮਝਾਉਂਦੇ, ਜੇ ਗੁਰਸਿੱਖ ਕੋਈ ਬਾਣੀ ਨੂੰ ਵਿਚਾਰਦਾ ਹੈ, ਜਿਵੇਂ ਬੱਦਲਾਂ ਤੋਂ ਬਿਨਾਂ ਵਰਖਾ ਹੋਣ ਲੱਗ ਜਾਵੇ, ਇਵੇਂ ਇਹ ਤੱਤ ਗਿਆਨ ਇਹ 'ਚੋਂ ਆਪਾਂ ਪ੍ਰਾਪਤ ਕਰਨਾ, ਇਹਨੂੰ ਵਿਚਾਰਦੇ ਰਹਿਣਾ। ਉਹੀ ਸਤਿਗੁਰ ਸਮਝਾਉਂਦੇ, ਤਿਸ ਕੀ ਸਰਨ ਸਰਬ ਸੁਖ ਪਾਵੇ, ਤਿਸ ਕੇ ਦਰਸ ਸਭ ਪਾਪ ਮਟਾਵੇ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਬ੍ਰਹਮ ਗਿਆਨੀ ਕਾ ਦਰਸ ਬੜਭਾਗੀ ਪਾਈਏ, ਇਹਦਾ ਮਤਲਬ ਵੀ ਇਹੀ ਹੈ ਭਾਵ। ਬ੍ਰਹਮ ਗਿਆਨ, ਆਤਮ ਗਿਆਨ ਜਿਹਨਾਂ ਨੂੰ ਹੋ ਜਾਂਦਾ ਹੈ, ਉਹੀ ਤਾਂ ਆਪਾਂ ਲੈਣਾ ਵਾ। ਕਿਵੇਂ ਪ੍ਰਾਪਤ ਹੋਊ ਆਪਾਂ ਨੂੰ? ਅਵਰ ਸਿਆਣਪ ਸਗਲੀ ਸਾੜ, ਤੇ ਜਨ ਕੀ ਤੂੰ ਸੇਵਾ ਲਓ। ਸਤਿਗੁਰ ਸਮਝਾਉਂਦੇ, ਸੰਸਾਰੀ ਮੱਤਾਂ ਦਾ ਤਿਆਗ ਕਰ ਦੇਣਾ, ਸਾਰੀ ਸਿਆਣਪ ਛੱਡ ਦੇਣੀ, ਭਗਤ ਜਨਾਂ ਦੇ ਪਿੱਛੇ ਲੱਗ ਕੇ ਆਪਾਂ ਨੂੰ ਫਿਰ ਇਹ ਪਦਾਰਥਾਂ ਦੀ ਪ੍ਰਾਪਤੀ ਹੋਣੀ ਹੈ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ ਭਾਈ। ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤੇ ਜਨ ਕੇ ਪੂਜੋ ਸਦ ਪੈਰਾ। ਇਹੀ ਗੁਰਸ਼ਬਦ ਦੀ ਪੂਜਾ ਹੈ, ਇਹ ਗੁਰ ਕੇ ਚਰਨ ਨੇ, ਇਹਦੀ ਆਪਾਂ ਕਮਾਈ ਕਰਨੀ ਹੈ। ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤੇ ਜਨ ਕੇ ਪੂਜੋ ਸਦ ਪੈਰਾ। ਆਉਣਾ ਜਾਣਾ ਖਤਮ ਹੋ ਜਾਂਦਾ ਹੈ। ਇੱਥੇ 17ਵੀਂ ਅਸ਼ਟਪਦੀ ਪੂਰੀ ਹੋ ਗਈ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਸ਼ਲੋਕ ਮਹੱਲਾ ਪੰਜਵਾਂ। ਸਤਿਗੁਰ ਪੂਰੇ ਸੇਵੀਏ, ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਰਾਧੀਏ, ਕਾਰ ਜਾਵੇ ਰਸ। ਫਿਰ ਆਪਣਾ ਇਹ ਕਾਰ ਸਿਰੇ ਚੜ੍ਹਨਾ ਭਾਈ। ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਪ੍ਰਾਪਤੀ ਕਰਨੀ ਹੈ। ਬਾਣੀ ਨੂੰ ਸੱਤ ਕਰਕੇ ਮੰਨਣਾ ਵਾ। ਸਤਿਗੁਰ ਕੀ ਬਾਣੀ ਸਤ ਕਰ ਜਾਣੋ, ਗੁਰਸਿੱਖੋ ਕਰਤਾ ਮੁਖ ਮਾਪ ਕਢਾਵੇ। ਫਿਰ ਆਪਾਂ ਆਪਦੇ ਘਰ ਪਹੁੰਚਾਂਗੇ। ਸਾਡਾ ਸੰਸਾਰ 'ਤੇ ਆਉਣਾ ਫਿਰ ਸਫਲ ਹੋਊਗਾ। ਉਹ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।